ਹੈ ਉਹ ਸਿੱਖਣੇ ਆ। ਖੁਸ਼ੀ ਇਨਸਾਨ ਨੂੰ ਉਦੋਂ ਹੁੰਦੀ ਹੈ ਕਿ ਜਦੋਂ ਕੋਈ ਅਜ਼ੀਮ ਦੁਆ ਬੰਦੇ ਨੂੰ ਪਤਾ ਚੱਲੇ, ਉਹਦੇ ਫਾਇਦੇ, ਉਹਦੀ ਅਜ਼ਮਤ, ਉਹਦੀ ਫਜ਼ੀਲਤ, ਉਹਦਾ ਤੀਰ ਬਹਦਫ ਹੋਣਾ, ਔਰ ਫਿਰ ਬੰਦੇ ਨੂੰ ਇਹ ਵੀ ਪਤਾ ਚੱਲੇ ਕਿ ਇਹ ਦੁਆ ਮੈਨੂੰ ਅੱਗੇ ਹੀ ਆਉਂਦੀ ਹੈ ਤੇ ਉਹਦੀ ਖੁਸ਼ੀ ਫਿਰ ਹੋਰ ਜ਼ਿਆਦਾ ਵੱਧ ਜਾਂਦੀ ਹੈ। ਕੁਲ ਹੂ ਅੱਲਾਹੂ ਅਹਦ ਜਿਹੜਾ ਇਹਦੇ ਤੋਂ ਬਣੀ ਦੀ ਇੱਕ ਦੁਆ ਹੈ ਜਿਹੜੀ ਮੈਂ ਤੁਹਾਡੀ ਖਿਦਮਤ 'ਚ ਅਰਜ਼ ਕਰਾਂਗਾ। ਲੇਕਿਨ ਉਸ ਤੋਂ ਪਹਿਲੇ ਦੇਖੋ ਨਾ, ਕੁਲ ਸ਼ਰੀਫ ਸਾਡੇ ਚੋਂ ਅਕਸਰ ਲੋਕਾਂ ਨੂੰ ਆਉਂਦੀ ਹੈ, ਕੋਈ ਹੋਏਗਾ ਜਿਹਨੂੰ ਕੁਲ ਹੂ ਅੱਲਾਹੂ ਅਹਦ ਨਹੀਂ ਆਉਂਦੀ। ਲੇਕਿਨ ਗੱਲ ਫਿਰ ਉਹੀ ਆਉਂਦੀ ਹੈ ਕਿ ਅਸੀਂ ਇੱਕ ਚੀਜ਼ ਦੀ ਕਦਰ ਨਹੀਂ ਕਰਦੇ। ਉਹ ਮੁਯੱਸਰ ਜੋ ਹੁੰਦੀ ਹੈ ਸਾਨੂੰ, ਜਿਹੜੀ ਚੀਜ਼ ਬੰਦੇ ਦੇ ਕੋਲ ਹੋਏ ਨਾ, ਉਹਨੂੰ ਉਹਦੀ ਕਦਰ ਨਹੀਂ ਹੁੰਦੀ। ਤੇ ਜਿਹੜਾ ਸੂਰਾ ਅਖਲਾਸ ਹੈ ਜਾਂ ਇਖਲਾਸ, ਦੋਏ ਲਫ਼ਜ਼ ਨੇ, ਇਹ ਕੁਰਾਨ ਮਜੀਦ ਦਾ ਇੱਕ ਤਿਹਾਈ ਹਿੱਸਾ ਹੈ। ਆਪ अलैहिस्सलातु वस्सलाम ने फरमाया कि अगर कोई 3 ਵਾਰੀ ਇਹਨੂੰ ਪੜ੍ਹ ਲਵੇ, ਯਕੀਨਨ ਕੁਰਾਨ ਆਪਣੀ ਜਗ੍ਹਾ ਤੇ ਬਹੁਤ ਬੜੀ ਚੀਜ਼ ਹੈ, ਲੇਕਿਨ ਕੁਰਾਨ ਦੇ ਜਿਹੜੇ ਮਜ਼ਾਮੀਨ ਨੇ ਉਹਨਾਂ ਚੋਂ ਇੱਕ ਤੌਹੀਦ ਦਾ ਮਜ਼ਮੂਨ ਹੈ, ਅੱਲਾਹ ਤਾਲਾ ਦੀ ਵਹਦਾਨੀਅਤ, ਉਹਦਾ ਕੱਲਾ ਹੋਣਾ, ਉਹਦਾ ਸਮਦ ਹੋਣਾ, ਨਾ ਕਿਸੇ ਦਾ ਬਾਪ ਨਾ ਬੇਟਾ, ਈਸਾਈਆਂ ਦਾ ਵੀ ਰੱਦ, ਯਹੂਦੀਆਂ ਦਾ ਵੀ ਰੱਦ, ਸਨਵੀਆਂ ਦਾ ਵੀ ਰੱਦ, तमाम बातिल मज़ाहब ਦਾ ਇਹਦੇ ਅੰਦਰ ਰੱਦ ਮੌਜੂਦ ਹੈ। ਔਰ ਖੁਦਾ ਦੀ ਸ਼ਾਨ ਹੈ ਜਿਹੜੀ ਉਹ ਆਪਣੇ ਕਾਮਲ ਤਰੀਕੇ ਦੇ ਨਾਲ ਇਸ ਸੂਰਤ ਦੇ ਅੰਦਰ ਅੱਲਾਹ ਪਾਕ ਨੇ ਪਾ ਦਿੱਤੀ ਦੀ ਹੈ। ਤੇ ਇਹਨੂੰ ਇਹਦੇ ਬੜੇ ਨਾਂ ਵੀ ਨੇ ਇਸ ਸੂਰਤ ਦੇ, ਕਿਉਂਕਿ ਇੱਜ਼ਤ ਵਾਲੀ ਸੂਰਤ ਹੈ ਔਰ ਕਿਸੇ ਚੀਜ਼ ਦੇ ਜ਼ਿਆਦਾ ਨਾ ਹੋਣ ਤੇ ਉਹਦੇ 'ਚ ਉਹਦਾ ਸ਼ਰਫ ਵੀ ਜ਼ਾਹਿਰ ਹੁੰਦਾ ਹੈ। ਕੁਲ ਹੂ ਅੱਲਾ ਦੇ ਨਾਂ ਸੂਰਾ ਅਖਲਾਸ, ਯਾਨੀ ਇਹਨੂੰ ਇੱਕ ਖਾਲਸ ਤੌਹੀਦ ਹੈ। ਔਰ ਜਿਹੜਾ ਬੰਦਾ ਇਹਦੇ ਤੇ ਈਮਾਨ ਰੱਖ ਕੇ ਇਹਦੇ ਮਜ਼ਮੂਨ ਨੂੰ ਸਮਝ ਕੇ ਪੜ੍ਹਦਾ, ਉਹ ਖਾਲਸ ਜਿਵੇਂ ਸੋਨਾ ਹੁੰਦਾ ਨਾ, ਇਸ ਤਰ੍ਹਾਂ ਖਾਲਸ ਮੋਮਨ ਬਣ ਜਾਂਦਾ। ਔਰ ਇਹਨੂੰ ਸੂਰਾ ਨਜਾਤ ਵੀ ਕਿਹਾ ਗਿਆ, ਇਹਨੂੰ ਪੜ੍ਹਨੇ ਵਾਲਾ ਨਜਾਤ ਪਾ ਜਾਂਦਾ ਹੈ। ਇਸ ਸੂਰਤ ਨੂੰ ਸੂਰਾ ਨੂਰ ਕਿਹਾ ਗਿਆ, ਇੱਕ ਰੋਸ਼ਨੀ ਹੈ ਜਿਹੜੀ ਇਨਸਾਨ ਦੇ ਦਿਲ 'ਚ ਬਲ ਪੈਂਦੀ ਹੈ ਜਦੋਂ ਇਸ ਸੂਰਤ ਦੇ ਮਜ਼ਾਮੀਨ ਨੂੰ ਸਮਝ ਕੇ ਕੋਈ ਸ਼ਖਸ ਜਿਹੜਾ ਉਹ ਪੜ੍ਹਦਾ। ਫਰਮਾਇਆ ਸੂਰਤੁਲ ਮੁਨੱਫਿਰਾ ऐसी सूरत है कि अगर पढ़ी जाए तो शैतान नस जाता है। एक जगह पे नबी करीम सल्लल्लाहु अलैहि वसल्लम ने इस सूरत को सूरतुल मानिया, मानिया मना करने वाली, यानी अजाबे कबर रोक दिता जाता है उस शख्स को जो कुल हू अल्लाह दे नाल मुहब्बत रखता और इनू ज्यादा पढ़ता है। कुल हू अल्लाह दे बारे च नबी करीम सल्लल्लाहु अलैहि वसल्लम ने एक बंदे नू जदों कुल हू अल्लाह पढ़दे सुनिया, वो लोग समझते भी सन ਇਹਦਾ ਮਤਲਬ, और ਉਹਨਾਂ ਨੂੰ ਪਤਾ ਹੁੰਦਾ ਸੀ और ज़्यादा पढ़ते सन। आप अलैहिस्सलातु वस्सलाम ने फरमाया कि इस शख्स पर जन्नत वाजिब हो गई है कि इसने सूरह इखलास को पढ़ा है। उन्हें पता नहीं एक बारी पढ़िया सी या ज़्यादा मरतबा पढ़िया सी, लेकिन नबी पाक सल्लल्लाहु अलैहि वसल्लम ने जन्नत के वजूब का ਉਹਦੇ ਉੱਤੇ हुक्म लगा दिता। इस तरह ही सूरह इखलास के बारे च बड़ियां अहादीस मुबारक ने जितों पता चलता कि यदी अजमत जिहड़ी है इंसान की सोच और समझ तो बाहर है। एक मरतबा आप अलैहिस्सलातु वस्सलाम ने इरशाद फरमाया कि अगर कोई आदमी रात को सौन लगा कुल हू अल्लाह पढ़े और फिर सज्जे पासे पासा परत के सौ जाए तो क़यामत वाले दिन अल्लाह ताला उस बंदे नू अपने सामने हाजिर करेगा और उन्होंने कहेगा कि तू दुनिया के उत्ते सौन लगिया जिस तरह सज्जे पासे पासा परत के सुता है और कुल शरीफ पढ़ के सुता है, अज भी अपने सज्जे पासे देख जन्नत का दरवाजा खुला है, दाखिल हो जा। जिस तरह दुनिया के सज्जे पासे मुँह कर लेंदा है ना सौन लगा, अज भी उस तरह कर सज्जे पासे तो देख अगे की है, देखेगा तो अगे जन्नत का दरवाजा खुला दा होएगा। ते मेरे भाईओ, कुल शरीफ जिहड़ा है ना, इनू एवं नहीं पढ़ छड़िया करो, कम अज कम ਇਹਦਾ तर्जमा देखो, ਇਹਦੇ मजामीन ते गौर करो, ਇਹਦੇ अल्फाज ਨੂੰ दुरुस्त अदायगी जिहड़ी है ਉਹਦਾ सामान करो। नबी पाक सल्लल्लाहु अलैहि वसल्लम ने एक बार एक जनाजा पढ़ाया, एक सहाबी सन, ਉਹਨਾਂ ਦਾ नाम सी मुआविया इब्ने मुआविया, अगे मुजनी ਉਹਨਾਂ ਦੇ कोई कबीले का नाम सी। जनाजा जदों आप पढ़ा चुके तो जिबरील अलैहिस्सलातु वस्सलाम ने आप दे नाल आके सलाम दुआ लई। आपने फरमाया कि जिबरील अलैहिस्सलाम तुसी भी इस जनाजे च आए दे सो? फरमाया कि हाँ जी मैं भी इस जनाजे ते आए दा सां, ते मैं ही नहीं सा आए दा बल्कि इस जनाजे च
70,000 ਫਰਿਸ਼ਤੇ ਮੇਰੇ ਨਾਲ ਵੀ ਆਏ ਦੇ ਸਨ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਪੁੱਛਿਆ ਕਿ ਇਸ ਮੇਰੇ ਸਹਾਬੀ ਦੇ ਅੰਦਰ ਕਿਹੜੀ ਗੱਲ ਸੀ ਕਿ ਤੁਸੀਂ ਵੀ ਤਸ਼ਰੀਫ ਲਿਆਏ ਹੋ ਔਰ 70,000 ਫਰਿਸ਼ਤਿਆਂ ਨੇ ਇਹਦਾ ਜਨਾਜ਼ਾ ਪੜ੍ਹਿਆ। ਜਿਬਰੀਲ अलैहिस्सलाम ने फरमाया कि या रसूल अल्लाह, ਇਹ ਬੰਦਾ ਕੁਲ ਸ਼ਰੀਫ ਬੜਾ ਪੜ੍ਹਦਾ ਹੁੰਦਾ ਸੀ। ਇਹ ਬੰਦਾ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਕੁਲ ਹੂ ਅੱਲਾਹੁ ਅਹਦ ਅੱਲਾਹੁ ਸਮਦ ਬਹੁਤ ਪੜ੍ਹਦਾ ਸੀ। ਇਸ ਇਹਦੀ ਖੂਬੀ ਨੂੰ ਪਸੰਦ ਕਰਕੇ ਅੱਲਾ ਨੇ ਹੁਕਮ ਦਿੱਤਾ ਕਿ ਜਾਓ ਇਸ ਬੰਦੇ ਦਾ ਨਮਾਜ਼ ਜਨਾਜ਼ਾ ਦੇ ਵਿੱਚ ਸ਼ਿਰਕਤ ਕਰੋ। ਇਹਨਾਂ ਹੋਰ ਇਹਦੀਆਂ ਮੈਂ ਹੁਣ ਵਕਤ ਜ਼ਿਆਦਾ ਲੱਗ ਜਾਏਗਾ, ਬਸ ਤੁਸੀਂ ਇਹ ਸਮਝੋ ਕਿ ਅਜ਼ੀਮ ਚੀਜ਼ ਹੈ, ਪਤਾ ਵੀ ਹੈ ਸਾਨੂੰ, ਇਹ ਆਉਂਦੀ ਵੀ ਹੈ, ਹੋਰ ਵੀ ਸਾਡੇ ਵਾਸਤੇ ਖੁਸ਼ੀ ਦੀ ਚੀਜ਼ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਕੋਲ ਇੱਕ ਸਹਾਬੀ ਨੇ ਆ ਕੇ ਤੇ ਮਸਲਾ ਪੁੱਛਿਆ, ਯਾ ਰਸੂਲ ਅੱਲਾਹ, ਦੁਆਵਾਂ ਤੁਸੀਂ ਬੜੀਆਂ ਦੱਸਦੇ ਹੋ ਤੇ ਮੈਨੂੰ ਕੋਈ ਐਸੀ ਦੁਆ ਦੱਸੋ ਕਿ ਜਿਹੜੀ ਮੈਂ ਆਪਣੀ ਬੇਚੈਨੀ ਔਰ ਪਰੇਸ਼ਾਨੀ ਪੜ੍ਹਦਿਆਂ ਸਾਥ ਹੀ ਨਾ ਉਹਦਾ ਕੋਈ ਅਸਰ ਨਜ਼ਰ ਆਉਣ ਲੱਗ ਪਏ। ਉਧਰ ਮੈਂ ਪੜ੍ਹਾਂ, ਉਧਰ ਮੈਨੂੰ ਉਹਦਾ ਅਸਰ ਨਜ਼ਰ ਆ ਜਾਏ। ਯਾਨੀ ਇੰਝ ਸਮਝੋ ਜਿਵੇਂ ਅੱਜ ਦੇ ਦੌਰ 'ਚ 1.5 ਵੀ ਤਾਂ ਕੋਈ ਹੋਣਾ ਚਾਹੀਦਾ ਨਾ, ਕਿ ਇਨਸਾਨ ਆਪਣੀ ਇੰਤਹਾਈ ਬੇਚੈਨੀ ਔਰ ਪਰੇਸ਼ਾਨੀ ਔਰ ਮੁਸੀਬਤ ਦੇ ਵਕਤ ਕੋਈ ਜਲਦੀ ਹੱਲ ਹੋਣੇ ਵਾਲੀ ਚੀਜ਼ ਹੋਏ ਜਿਹੜੀ ਇਨਸਾਨ ਨੂੰ ਮਾਲੂਮ ਹੋ ਜਾਏ। ਤੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜੀ ਦੁਆ ਦੱਸੀ ਉਹ ਕੁਲ ਸ਼ਰੀਫ ਤੂੰ ਬਣਾ ਕੇ ਦੱਸੀ। ਵੈਸੇ ਇੱਕ ਵਾਰੀ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਹਮਣੇ ਕਿਸੇ ਨੇ ਇਹ ਦੁਆ ਮੰਗੀ ਤੇ ਆਪ ਨੇ ਫਰਮਾਇਆ ਕਿ ਉਸ ਖੁਦਾ ਦੀ ਕਸਮ ਜਿਹਦੇ ਕਬਜ਼ੇ 'ਚ ਮੇਰੀ ਜਾਨ ਹੈ, ਇਸ ਬੰਦੇ ਨੇ ਅੱਲਾ ਦੇ ਇਸਮੇ ਆਜ਼ਮ ਦੇ ਜ਼ਰੀਏ ਦੁਆ ਮੰਗੀ ਹੈ ਔਰ ਜਿਹੜਾ ਬੰਦਾ ਇਸਮੇ ਆਜ਼ਮ ਦੇ ਜ਼ਰੀਏ ਦੁਆ ਮੰਗਦਾ ਹੈ ਅੱਲਾਹ ਤਾਲਾ ਜ਼ਰੂਰ ਕਬੂਲ ਕਰਦਾ ਔਰ ਜੋ ਕੁਝ ਮੰਗੇ ਉਹਨੂੰ ਫੌਰੀ ਅਤਾ ਕਰਦਾ। ਯਾਨੀ ਇਹ ਕੁਲ ਸ਼ਰੀਫ ਜਿਸ ਦੁਆ ਦੇ ਅੰਦਰ ਪਿਆ ਦਾ ਸੀ, ਅੱਲਾਹ ਪਾਕ ਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਦੁਆ ਨੂੰ ਇਸਮੇ ਆਜ਼ਮ ਵਾਲੀ ਦੁਆ ਕਰਾਰ ਦਿੱਤਾ ਔਰ ਉਹਨੂੰ ਫੌਰੀ ਕਬੂਲੀਅਤ ਵਾਲੀ ਦੁਆ ਕਰਾਰ ਦਿੱਤਾ। ਤੇ ਇੱਕ ਸਹਾਬੀ ਨੇ ਆਖਿਆ, ਯਾ ਰਸੂਲ ਅੱਲਾਹ, ਦੁਆ ਦੱਸੋ ਕੋਈ ਐਸੀ ਜਿਹੜੀ ਫੌਰਨ ਕਬੂਲ ਹੋ ਜਾਏ। ਉਹਦੇ ਥੋੜੇ ਅਲਫਾਜ਼ ਮੁਖਤਲਿਫ ਨੇ, ਮੁਖਤਲਿਫ ਹਦੀਸਾਂ, ਲੇਕਿਨ ਮੈਂ ਤੁਹਾਨੂੰ ਜਿਹੜੇ ਆਸਾਨ ਤਰੀਨ ਲਫ਼ਜ਼ ਨੇ, ਹੈ ਕੋਲੋ ਅੱਲਾ ਹੀ ਆ ਉਹ, ਲੇਕਿਨ ਉਹਨੂੰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਦੁਆ ਦੀ ਸ਼ਕਲ ਦਿੱਤੀ ਤੇ ਆਪ ਨੇ ਫਰਮਾਇਆ ਕਿ ਪੜਿਆ ਕਰ ਲਾ ਇਲਾਹਾ ਇल्लल्लाह। ਇਹਨੂੰ ਨਹੀਂ ਆਉਂਦਾ ਲਾ ਇਲਾਹਾ ਇल्लल्लाह। ਅੱਗੇ ਆਖਿਆ ਕਰ ਅਲ ਅਹਦੁਸ ਸਮਦ, ਕੁਲ ਹੂ ਅੱਲਾਹੁ ਅਹਦ ਅੱਲਾਹੁ ਸਮਦ ਹੈ ਨਾ, ਤੇ ਲਾ ਇਲਾਹਾ ਇल्लल्लाह ਕਹਿ ਕੇ ਇਹ ਕਹਿਣਾ ਅਲ ਅਹਦੁਸ ਸਮਦ ਅੱਲਾਜ਼ੀ ਲਮ ਯਲਿਦ ਵਲਮ ਯੂਲਦ ਵਲਮ ਯਕੁਨ ਲਹੂ ਕੁਫੂਵਨ ਅਹਦ। ਕਿੰਨੀ ਆਸਾਨ ਬਣ ਗਈ ਹੈ। ਪਹਿਲਾਂ ਕੀ ਕਿਹਾ? ਲਾ ਇਲਾਹਾ ਇल्लल्लाह, ਅੱਗੇ ਅਹਦੁਸ ਸਮਦ, ਬਸ ਇੱਕ ਅੱਲਾਜ਼ੀ ਪਾਣਾ ਹੈ, ਉਹ ਫਿਰ ਹੋਏ ਅੱਲਾਜ਼ੀ ਲਮ ਯਲਿਦ ਵਲਮ ਯੂਲਦ ਵਲਮ ਯਕੁਨ ਲਹੂ ਕੁਫੂਵਨ ਅਹਦ। ਲਾ ਇਲਾਹਾ ਇल्लल्लाह ਅਲ ਅਹਦੁਸ ਸਮਦ, ਉਹੀ ਕੁਲ ਹੂ ਅੱਲਾਹੁ ਅਹਦ ਅੱਲਾਹੁ ਸਮਦ, ਉਹੀ ਤਰਤੀਬ ਹੈ। ਲਾ ਇਲਾਹਾ ਇल्लल्लाह पहले लाया आप अलैहिस्सलातु वस्सलाम ने, ला इलाहा इल्लल्लाह अल अहदुस समद अल्लज़ी लम यलिद वलम यूलद वलम यकुन लहू कुफुवन अहद। फरमाया अपनी बेचैनियां मुसीबतां और फौरी मदद वास्ते जिस बंदे ने इस तरह दुआ मंग लई, इंसान नूं चेता भी भुल जाता कि मेरे ते कोई मुसीबत आई दी, बाद च पता लगता मार हो तो खत्म हो दी है। ऐसी प्यारी ये दुआ है। बस ऐसा ਇਹਨੂੰ ਬਤੌਰੇ ਦੁਆ ਵੀ ਪੜੋ ਔਰ ਵੈਸੇ ਵੀ ਕੁਲ ਸ਼ਰੀਫ ਦੇ ਨਾਲ ਮੁਹੱਬਤ ਕਰੋ। ਕੁਲ ਸ਼ਰੀਫ ਦੇ ਬਾਰੇ 'ਚ ਆਖਰੀ ਗੱਲ ਮੈਂ ਤੁਹਾਡੀ ਖਿਦਮਤ 'ਚ ਅਰਜ਼ ਕਰਾਂ ਕਿ ਇਹਨੂੰ ਪੜ੍ਹਨੇ ਦਾ ਥੋੜਾ ਜਿਹਾ ਮਿਹਨਤ ਕਰ ਲਈਏ। ਜ਼ਾਹਿਰ ਤੇ ਮੈਂ ਵੀ ਕਹਿੰਦਾ ਮੈਨੂੰ ਆਉਂਦੀ ਹੈ, ਤੁਸੀਂ ਕਹਿੰਦੇ ਇਹਦੇ 'ਚ ਇੱਕ ਤੇ ਪਹਿਲਾ ਹੀ ਲਫ਼ਜ਼ ਹੈ ਨਾ ਜਿਹੜਾ ਕੁਲ, ਇਹਨੂੰ ਕੋਲਾ ਕੁਲ ਨਹੀਂ ਕਹੀਦਾ, ਕੁਲ ਹੂ ਅੱਲਾਹੁ ਅਹਦ ਕੁਲ ਹੂ ਅੱਲਾਹੁ ਅਹਦ ਨਹੀਂ ਕਹੀਦਾ, ਬਲਕਿ ਇਹਨੂੰ ਵੱਡਾ ਕਾਫ ਬੁਲਾਈ ਦਾ ਕੁਲ। ਠੀਕ ਹੈ। ਇੱਕ ਤਾਂ ਨਾ ਅਸੀਂ ਦੁਨੀਆ 'ਚ ਬੋਲਦੇ ਹਾਂ ਯਾਰ ਟੋਟਲ ਕਰ ਕਿੰਨੇ ਕੁੱਲ ਕਿੰਨੇ ਪੈਸੇ ਬਣ ਗਏ ਨੇ, ਹੈ ਕੁੱਲ ਹਮ ਆ ਗਏ, ਇੱਕ ਹੈ ਉਹ ਕੁੱਲ ਜਿਹੜੀ ਸਭ ਨੂੰ ਕਹੀਦਾ, ਇਹ ਆ ਅਰਬੀ ਦਾ ਕੁੱਲ। ਇਹ ਗਲੇ ਦਾ ਜਿਹੜਾ ਸੈਂਟਰ ਉੱਤੇ ਕవ్ਵੇ ਨੇ ਨਾ, ਇਹ ਆਪਸ 'ਚ ਮਿਲਦੇ ਨੇ ਕੁੱਲ। ਅੱਗੇ ਹੋ ਨਹੀਂ ਕਹਿਣਾ, ਕੁਲ ਹੋ ਵੱਲਾ ਨਹੀਂ ਕਹਿਣਾ, ਕੁਲ ਹੂ ਵੱਲਾ, ਇਹ ਪੇਸ਼ ਹੂ ਛੋਟਾ ਜਿਹਾ, ਕੁਲ ਹੂ ਅੱਲਾਹ। ਠੀਕ ਹੈ। ਇੰਨੀ ਇਤਿਆਤ ਕਰ ਸਕਦੇ ਹੋ, ਨਹੀਂ ਕਰ ਸਕਦੇ? ਕੁਲ ਹੋ ਵੱਲਾ ਨਹੀਂ ਕਹਿਣਾ, ਕੀ ਕਹਿਣਾ? ਕੁਲ ਹੂ ਅੱਲਾਹ, ਹੂ ਇਹ ਬੁਲ ਗੋਵੇਗਾ।
कुल हु अल्लाह। हुण अगे है कि वल्ला इंज नहीं कहना अल्लाह और करना मोटा करना। अल्लाह लफज तो पहले जदों भी जबर आएगी अरबी कायदे के मुताबिक और पढ़िया जाएगा, जदों उस तो पहले जेर आएगी तो उन्होंने बारीक पढ़िया जाएगा। बिस्मिल्लाह है ना जी, वो अल्लाह तो पहले जेर आई हो बिस्मिल्लाह उन्होंने बारीक करना है, लेकिन जदों अल्लाह तो पहले जबर आई है वल्लाह उन्होंने मोटा करना है। कुल हुवल्लाहु अहद। अहद दाल है ना जी, इनू डबल करना है, इनू कहते ना कलकला करना। इस सूरह कुल शरीफ दे विच सारियां दालां दे उत्ते कलकला होएगा। इनू अहद अल्लाहु समद लम यलिद वला इंज नहीं पढ़ना। कुल हुवल्लाहु अहद द अहद अल्लाहु समद द। ठीक है, दाल जरा कुकड़ नहीं बांग दे के करदा दोबारा। इस तरह इन्हां लफ्जां दे विच आखिरी लफ्ज जिहड़ा उह तकरार देनी। कुल हुवल्लाहु अहद अहद अल्लाहु समद लम यलिद। इन्हू लम यालिद नहीं कहना, लंबा नहीं करना, छोटा लम यलिद। ठीक है, या एवं खोला जा कि एकदम अगे जाना है। लम यलिद, लम यालिद नहीं कहना, की कहना लम यलिद। पढ़ के तो लम यलिद। वलम यूलद, यू लंबा कर लो, यू ओदी कोई गल नहीं। वलम यूलद। अगला लफ्ज फिर ध्यान करना है। वलम या लिखा था उथे कुन लहू, वलम या कुन लहू कुफुवन अहद, लेकिन कुन नहीं कहना, तुसीं की कहना कुल, क्योंकि नून हज़फ हो जाती है जदों अगे लाम मुशद्दद आ जाए। तो फिर की कहना है वलम या कुल लहू, काफ छोटा है, कुल लहू, कुन लहू दे बजाय की कहना कुल लहू। वलम यकुल लहू, एनू कुल लाहू इंज भी नहीं कहना, लहू छोटा जिहा लहू। वलम यकुल लहू। अगे कोफो, कोफो नहीं कहना कूफू। कोफो ते कूफू दे विच फर्क है कि नहीं है? फर्क पैदा करो। वलम यकुल लहू, लहू लहू भी छोटा, लाहू नहीं कहना। वलम यकुल लहू, हू नू लंबा कर लो, कर सकते कोई गल नहीं, लेकिन ला नू लंबा नहीं करना। वलम यकुल लहू कुफुवन, कुफुवन अहद, हा वड्डी अहद। एक बार मैंने फिर पढ़ना कुल हुवल्लाहु अहद अल्लाह